ਇਹ ਕਿਤਾਬ ਜੋ ਮੈਂ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ, ਇਸ ਕਿਤਾਬ ਨੂੰ ਧਿਆਨ ਦੇ ਨਾਲ ਦੇਖ ਲਓ ਕਿ ਤੁਹਾਡੇ ਬੱਚਿਆਂ ਨੂੰ ਵੀ ਇਹ ਕਿਤਾਬ ਸਕੂਲ ਦੇ ਵਿੱਚ ਪੜ੍ਹਾਈ ਜਾ ਰਹੀ ਹੈ। ਇਹ 'ਚ ਨਾ ਇਹਨਾਂ ਨੇ ਅੱਖਰੀ ਗਲਤੀਆਂ ਬਹੁਤ ਕੀਤੀਆਂ। ਇਹਦੇ ਵਿੱਚ ਹੀ ਉਹਨਾਂ ਨੇ ਬੜੀ ਵੱਡੀ ਜਿਹੜੀ ਬਾਣੀ ਨਾਲ ਤੋੜ ਮਰੋੜ ਕੀਤੀ ਹੈ। ਜਿਹੜੀ ਸਿੱਖਾਂ ਦੀ ਇੱਕ ਵਿਰੋਧੀ ਜਮਾਤ ਹੈ, ਉਹਦਾ ਜ਼ੋਰ ਲੱਗਾ ਹੋਇਆ ਸਿੱਖ ਇਤਿਹਾਸ ਨੂੰ ਜਿਹੜਾ ਹੈ ਗਲਤ ਤਰੀਕੇ ਨਾਲ ਪੇਸ਼ ਕਰਨ ਦਾ। ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਤੇ ਅੱਗੇ ਵੀ ਇਹ ਕਰਦੇ ਰਹਿਣਗੇ, ਮਗਰ ਇਹ ਤਾਂ ਸਾਡੇ ਉੱਪਰ ਹੈ ਕਿ ਜਿਹੜੀਆਂ ਇਹ ਘਟਨਾਵਾਂ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਕਿੰਨੇ ਤਤਪਰ ਹਾਂ। ਇਹ ਕਿਤਾਬ ਜੋ ਮੈਂ ਆਪਣੇ ਹੱਥ ਦੇ ਵਿੱਚ ਫੜੀ ਹੋਈ ਹੈ, ਇਸ ਕਿਤਾਬ ਨੂੰ ਧਿਆਨ ਦੇ ਨਾਲ ਦੇਖ ਲਓ ਕਿ ਤੁਹਾਡੇ ਬੱਚਿਆਂ ਨੂੰ ਵੀ ਇਹ ਕਿਤਾਬ ਸਕੂਲ ਦੇ ਵਿੱਚ ਪੜ੍ਹਾਈ ਜਾ ਰਹੀ ਹੈ। ਜੇਕਰ ਤੁਹਾਡੇ ਬੱਚਿਆਂ ਨੂੰ ਇਹ ਕਿਤਾਬ ਸਕੂਲ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਤਾਂ ਤੁਹਾਡੇ ਬੱਚੇ ਗਲਤ ਪੰਜਾਬੀ ਤੇ ਗਲਤ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ। ਮੋਹ ਦੀਆਂ ਤੰਦਾਂ ਇਸ ਕਿਤਾਬ ਦਾ ਨਾਮ ਹੈਗਾ। ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੱਖ-ਵੱਖ ਜਮਾਤਾਂ ਦੇ ਵਿੱਚ ਇਹ ਕਿਤਾਬ ਪੜ੍ਹਾਈ ਜਾ ਰਹੀ ਹੈ, ਪਰ ਇਸ ਕਿਤਾਬ ਦੇ ਵਿੱਚ ਇੱਕ ਨਹੀਂ ਅਨੇਕਾਂ ਗਲਤੀਆਂ ਨੇ, ਜਿਸ ਨੂੰ ਲੈ ਕੇ ਇਸ ਕਿਤਾਬ ਦੇ ਖਿਲਾਫ ਜਿਹਨੇ ਇਹ ਕਿਤਾਬ ਲਿਖੀ ਹੋਈ ਹੈ, ਰਾਈਟਰ ਦੇ ਖਿਲਾਫ ਸ਼ਿਕਾਇਤ ਕੀਤੀ ਹੋਈ ਹੈ। ਸ਼ਿਕਾਇਤਕਰਤਾ ਮੇਰੇ ਨਾਲ ਮੌਜੂਦ ਹੈਗੇ ਨੇ, ਹਰਜਿੰਦਰ ਸਿੰਘ ਮੌਜੂਦ ਨੇ। ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਕਿਤਾਬ ਦੇ ਉੱਪਰ ਇਤਰਾਜ਼ ਕਿਉਂ ਹੈਗਾ ਤੇ ਕੀ ਇਸ ਕਿਤਾਬ ਦੇ ਵਿੱਚ ਗਲਤੀਆਂ ਹੈਗੀਆਂ ਨੇ। ਤਾਂ ਹਰਜਿੰਦਰ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ। ਇੱਕ ਇੱਕ ਕਰਕੇ ਦੇਖਦੇ ਹਾਂ, ਕਿਉਂਕਿ ਪਹਿਲੀ, ਦੂਜੀ, ਤੀਜੀ, ਚੌਥੀ ਇਸ ਤਰੀਕੇ ਦੇ ਨਾਲ ਜਮਾਤਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ, ਚਾਹੇ CBSE ਸਕੂਲ ਹੈਗੇ ਨੇ, ਕਈ ਸਕੂਲਾਂ ਦੇ ਵਿੱਚ ਇਹ ਕਿਤਾਬ ਇਸ ਸਮੇਂ ਪੜ੍ਹਾਈ ਜਾ ਰਹੀ ਹੈ। ਤਾਂ ਹਰਜਿੰਦਰ ਸਿੰਘ ਮੇਰੇ ਨਾਲ ਮੌਜੂਦ ਨੇ। ਹਰਜਿੰਦਰ ਜੀ, ਪਹਿਲਾਂ ਤਾਂ ਸਵਾਗਤ TV ਪੰਜਾਬ ਤੇ। ਮੇਰਾ ਪਹਿਲਾ ਸਵਾਲ, ਸਭ ਤੋਂ ਵੱਡਾ ਇਤਰਾਜ਼ ਕੀ ਹੈ ਇਸ ਕਿਤਾਬ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਜਦੋਂ ਇਹ ਪਹਿਲੀ ਕਿਤਾਬ ਸਾਡੇ ਕੋਲ ਆਈ ਨਾ, ਤੇ ਸਾਨੂੰ, ਕਿਉਂਕਿ ਜਦੋਂ ਵੀ ਕੋਈ ਕਿਤਾਬ ਆਉਂਦੀ ਹੈ ਜਿਹੜੀ ਪੰਜਾਬੀ ਭਾਸ਼ਾ ਨਾਲ ਰਿਲੇਟਡ ਹੈ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਉਹਦੇ ਵਿੱਚ ਲਿਖੀਆਂ ਇਤਿਹਾਸ ਨਾਲ ਕੋਈ ਗੱਲਾਂ ਹੈ ਨਾ, ਪਹਿਲੇ ਉਹਨਾਂ ਨੂੰ ਜਾਂਚ ਲਿਆ ਜਾਵੇ ਕਿ ਉਹ ਜਿਹੜੀਆਂ ਲਿਖੀਆਂ ਚੀਜ਼ਾਂ ਨੇ ਉਹਨਾਂ 'ਚ ਕਿੰਨੀ ਕੁ ਗੱਲ ਦੀ ਸੱਚਾਈ ਪੇਸ਼ ਕੀਤੀ ਹੈ। ਤੇ ਜਦੋਂ ਸਾਡੀ ਨਜ਼ਰ ਵਿੱਚ ਇਹ ਕਿਤਾਬ ਆਈ ਜਿਹਦਾ ਨਾਮ ਸੀ ਮੋਹ ਦੀਆਂ ਤੰਦਾਂ, ਤੇ ਇਹ ਜਿਹੜੀ ਕਿਤਾਬ ਸੀਗੀ ਇਹਦਾ ਪਹਿਲਾ ਭਾਗ ਜਦੋਂ ਸਾਡੇ ਕੋਲ ਆਇਆ, ਤੇ ਅਸੀਂ ਉਹਨਾਂ ਦੇ ਸੰਪਾਦਕ ਦਾ ਨਾ ਇੱਥੇ ਭੂਮਿਕਾ ਉਹਨਾਂ ਨੇ ਜਿੱਦਾਂ ਲਿਖੀ ਹੁੰਦੀ, ਤੇ ਅਸੀਂ ਜਦੋਂ ਉਹਨਾਂ ਦੀ ਭੂਮਿਕਾ ਪੜ੍ਹੀ ਤਾਂ ਉਹਨਾਂ ਨੇ ਮੁਖਬੰਦ ਵਿੱਚ ਹੀ ਲਿਖਿਆ ਸੀਗਾ ਕਿ ਉਹਨਾਂ ਨੇ ਉਹਦੇ ਬਾਰੇ ਆਪਣੀ ਜਾਣਕਾਰੀ ਦਿੱਤੀ ਹੈ, ਤੇ ਜਿਨ੍ਹਾਂ ਦਾ ਨਾਮ ਹੈ ਡਾਕਟਰ ਜਗਜੀਤ ਸਿੰਘ ਧੁਰੀ, ਜਿਹੜੇ ਕਿ PhD ਨੇ ਐਜੂਕੇਸ਼ਨ ਦੇ ਵਿੱਚ ਭਾਸ਼ਾ ਵੱਲੋਂ। ਤੇ ਜਦੋਂ ਅਸੀਂ ਉਹਨਾਂ ਦੀਆਂ ਪਹਿਲੀ ਇੱਕ ਦੋ ਲੈਸਨਸ ਨੂੰ ਰੀਡ ਕੀਤਾ ਨਾ, ਤੇ ਜਦੋਂ ਅਸੀਂ ਉਹਨਾਂ ਦੀ ਬੁੱਕ ਵਿੱਚ ਪਹਿਲੇ ਪਿਕਚਰ ਦੇਖੀ, ਤੇ ਸਾਡੇ ਮਨ ਵਿੱਚ ਆਇਆ ਕਿ ਇਹ ਜਿਹੜੀ ਪਿਕਚਰ ਕਰੈਕਟਰ ਜਿਹਨੂੰ ਅਸੀਂ ਕਹਿੰਦੇ ਆ ਇੱਕ ਫੋਟੋ ਦੇ ਰੂਪ 'ਚ ਪੇਸ਼ ਕਰਨਾ ਨਾ, ਇਹ ਸਾਡੇ ਸਿੱਖ ਧਰਮ ਦੇ ਵਿੱਚ ਨਾ ਜਗ੍ਹਾ ਨਹੀਂ ਰੱਖਦਾ। ਇਸ ਦੇ ਲਈ ਨਾ ਅਸੀਂ ਪਹਿਲੇ ਵੀ ਇੱਕ ਪ੍ਰੋਗਰਾਮ ਕੀਤਾ ਸੀਗਾ ਜਦੋਂ ਨਾਨਕ ਸ਼ਾਹ ਫਕੀਰ ਫਿਲਮ ਆਈ ਸੀ। ਉਹਦਾ ਨਾ ਸਾਡੇ ਵੱਲੋਂ ਇੱਕ ਜਥੇਬੰਦੀ ਵੱਲੋਂ ਬਹੁਤ ਵੱਡਾ ਇੱਕ ਪ੍ਰੋਗਰਾਮ ਦੇ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਸ ਵੇਲੇ ਮਿਲਿਆ ਗਿਆ ਸੀ। ਬਾਬਾ ਗੁਰਜਰਨ ਸਿੰਘ ਉਸ ਵੇਲੇ ਜਥੇਦਾਰ ਹੁੰਦੇ ਸੀਗੇ। ਅਸੀਂ ਉਹਨਾਂ ਨੂੰ ਮਿਲੇ ਸੀ। ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਵੱਲੋਂ ਨਹੀਂ ਕੀਤੀਆਂ ਜਾਣਗੀਆਂ, ਔਰ ਅਸੀਂ ਉੱਤੇ ਵੱਧ ਤੋਂ ਵੱਧ ਜਿੱਦਾਂ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਮੰਗ ਤਾਂ ਬੜੀ ਪੁਰਾਣੀ ਹੈ। ਉਦੋਂ ਵੀ ਜਿਹੜਾ ਸਿੱਕਾ ਕਰਕੇ ਉਸ ਫਿਲਮ ਦਾ ਡਾਇਰੈਕਟਰ ਪ੍ਰੋਡਿਊਸਰ ਸੀਗਾ, ਉਹਨੂੰ ਵੀ ਬੜੀਆਂ ਨਾਮੋਸ਼ੀ ਝੇਲਣੀਆਂ ਪਈਆਂ ਸੀ। ਉਸ ਤੋਂ ਬਾਅਦ ਉਹ ਆਪਣੀ ਵੱਲੋਂ ਉਹਨੇ ਬਹੁਤ ਕੋਸ਼ਿਸ਼ ਕੀਤੀ, ਬਹੁਤ ਪੈਸਾ ਵੀ ਖਰਚ ਕੀਤਾ ਕਿ ਮੇਰੀ ਜਿਹੜੀ ਇੱਜ਼ਤ ਰਹਿ ਜਾਵੇ। ਸੋ ਇਹਨਾਂ ਚੀਜ਼ਾਂ ਦੇ ਨਾਲ ਨਾ, ਜਿੱਦਾਂ ਕਹਿੰਦੇ ਨਾ ਦੁੱਧ ਨਾਲ ਮੂੰਹ ਜਲਿਆ ਹੋਵੇ ਤਾਂ ਬੰਦਾ ਲੱਸੀ ਵੀ ਫੂਕ ਫੂਕ ਪੀਂਦਾ। ਤੇ ਸਾਡੀ ਨਜ਼ਰ 'ਚ ਨਾ ਜਦੋਂ ਵੀ ਕੋਈ ਇੱਦਾਂ ਦੀ ਚੀਜ਼ ਆਉਂਦੀ ਸੀ, ਅਸੀਂ ਉਹਨੂੰ ਫਿਲਟਰ ਜ਼ਰੂਰ ਕਰਦੇ ਸੀਗੇ। ਜਦੋਂ ਅਸੀਂ ਇਹ ਪਿਕਚਰ ਨੂੰ ਦੇਖਿਆ, ਫਿਰ ਉਸ ਤੋਂ ਬਾਅਦ ਅਗਲੇ ਪੇਜ 'ਤੇ ਜਾ ਕੇ ਜਦੋਂ ਬਾਣੀ ਦੇ ਵੀ ਉਹਨਾਂ ਨੇ 2 ਸ਼ਬਦ ਜਿੱਥੇ ਇਸਤੇਮਾਲ ਕੀਤੇ ਹੈ, ਜਦੋਂ ਅਸੀਂ ਉਹ ਪੜ੍ਹੇ ਤੇ ਸਾਨੂੰ ਲੱਗਾ ਕਿ ਇਹ 'ਚ ਨਾ ਇਹਨਾਂ ਨੇ ਅੱਖਰੀ ਗਲਤੀਆਂ ਬਹੁਤ ਕੀਤੀਆਂ। ਕਿ ਜਿੱਦਾਂ ਉਹਨਾਂ ਨੇ ਲਿਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਇਹ ਜਿਹੜੀ ਵਿਚਾਰੀ ਜਿਹੜਾ ਸ਼ਬਦ ਜਿੱਦਾਂ ਉਹਨਾਂ ਨੇ ਲਿਖਿਆ, ਤੇ ਆਹ ਜਿਹੜੀ ਸ਼ਬਦ ਦੀ ਉਹਨਾਂ ਨੇ ਵਰਤੋਂ ਕੀਤੀ ਹੈ, ਇਹ ਹੂ-ਬਹੂ ਬਾਣੀ ਦੇ ਲਿਖੇ ਹੋਏ ਸ਼ਬਦ ਵਰਗੀ ਨਹੀਂ ਹੈ। ਇਹਦੇ ਵਿੱਚ ਹੀ ਉਹਨਾਂ ਨੇ ਬੜੀ ਵੱਡੀ ਜਿਹੜੀ ਇਹ ਬਾਣੀ ਨਾਲ ਤੋੜ ਮਰੋੜ ਕੀਤੀ ਹੈ। ਠੀਕ ਹੈ ਨਾ, ਜਿੱਦਾਂ ਉਹਨਾਂ ਨੇ ਲਿਖਿਆ ਹੈ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਨ। ਸਰਲ ਭਾਸ਼ਾ 'ਚ ਤਾਂ ਇਹ ਬੜੀ, ਮੈਂ ਜਿੱਦਾਂ ਬੋਲ ਰਿਹਾ ਉੱਦਾਂ ਲਿਖ ਨਹੀਂ ਨਾ ਸਕਦੇ, ਕਿਉਂਕਿ ਇਹ ਸਾਡੇ ਸ਼ਬਦ ਗੁਰੂ ਨਾਲ ਜੁੜੀ ਗੱਲ ਹੈ। ਸਾਡੇ ਲਈ ਤਾਂ ਸਾਡਾ ਸ਼ਬਦ ਗੁਰੂ ਜਾਗਰ ਜੋਤ ਹੈ ਨਾ, ਅਸੀਂ ਉਹਦੇ ਦਿੱਤੇ ਹੋਏ ਸਾਰੇ ਅਸੂਲਾਂ 'ਤੇ ਅਸੀਂ ਤਾਂ ਚੱਲਦੇ ਹਾਂ, ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਨੂੰ ਅਸੀਂ ਪਹਿਰਾ ਦਿੰਦੇ ਹਾਂ। ਅਤੇ ਉਹਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਚਾਹੇ ਕਿਸੇ ਆਮ ਕਿਤਾਬ 'ਤੇ ਵੀ ਲਿਖੀ ਜਾਵੇ ਨਾ, ਉਹ ਵੀ ਸਤਿਕਾਰਯੋਗ ਹੋ ਜਾਂਦੀ ਸਾਡੇ ਲਈ। ਮਗਰ ਹੋਇਆ ਕੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਇਹ ਇੰਨੀਆਂ ਆਮ ਹੋ ਗਈਆਂ ਕਿ ਇਹ ਘਟਨਾ ਸਾਨੂੰ ਜਿਹੜੀ ਛੋਟੀ ਲੱਗਣ ਲੱਗ ਪਈ ਹੈ। ਮਗਰ ਜਿਹੜੇ ਜਾਗਦੀ ਸਮਝ ਵਾਲੇ ਲੋਕ ਨੇ, ਉਹ ਇਹਨਾਂ ਚੀਜ਼ਾਂ ਨੂੰ ਨਾ ਇੱਕਦਮ ਨੋਟਿਸ 'ਚ ਲਿਆਉਂਦੇ ਆ। ਅਤੇ ਜਦੋਂ ਸਾਨੂੰ ਲਿਆਇਆ ਗਿਆ, ਫਿਰ ਅਸੀਂ ਕੀ ਕੀਤਾ, ਇਹਦੀ ਨਾਲ ਦੀਆਂ ਨਾ ਬਾਕੀ ਕਿਤਾਬਾਂ ਵੀ ਜਿਹੜੀਆਂ ਅਸੀਂ ਮਾਰਕੀਟ 'ਚੋਂ ਦੇਖੀਆਂ ਕਿ ਉਹਨਾਂ 'ਚ ਲਿਟਰੇਚਰ ਦੀ
ਇਹ ਕਿਤੇ ਕਲੈਰੀਕਲ ਮਿਸਟੇਕ ਹੈ ਜਾਂ ਬੰਦੇ ਨੇ ਕੁਝ ਸੋਚੀ ਸਮਝੀ ਸਾਜ਼ਿਸ਼ ਕੀਤੀ ਹੈ, ਕਿਉਂਕਿ ਇਹ ਬੜੇ ਟਾਈਮ ਤੋਂ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੀ ਸਿੱਖਾਂ ਦੀ ਇੱਕ ਵਿਰੋਧੀ ਜਮਾਤ ਹੈ ਉਹਦਾ ਜ਼ੋਰ ਲੱਗਾ ਹੋਇਆ ਸਿੱਖ ਇਤਿਹਾਸ ਨੂੰ ਜਿਹੜਾ ਹੈ ਗਲਤ ਤਰੀਕੇ ਨਾਲ ਪੇਸ਼ ਕਰਨ ਦਾ। ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਤੇ ਅੱਗੇ ਵੀ ਇਹ ਕਰਦੇ ਰਹਿਣਗੇ, ਮਗਰ ਇਹ ਤਾਂ ਸਾਡੇ ਉੱਪਰ ਹੈ ਕਿ ਜਿਹੜੀਆਂ ਇਹ ਘਟਨਾਵਾਂ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਕਿੰਨੇ ਤਤਪਰ ਹਾਂ। ਤੇ ਫਿਰ ਅਸੀਂ ਤੁਰੰਤ ਜਿਹੜੀਆਂ ਇਹਦੀਆਂ ਬਾਕੀ ਕਿਤਾਬਾਂ ਲਈਆਂ ਤੇ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜਿਹੜੀਆਂ ਉਹਨਾਂ ਨੇ ਗਲਤੀਆਂ ਲਗਾਤਾਰ ਕੀਤੀਆਂ। ਜਿੱਦਾਂ ਇਹ ਪਹਿਲੀ ਕਿਤਾਬ ਦੇ ਵਿੱਚ ਜਿਹੜਾ ਇਹ ਲੈਸਨ ਸੀ, ਲੈਸਨ 2 ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਿੱਕੇ ਇੱਕ ਪਹਿਲੀ ਕਲਾਸ ਦਾ ਬੱਚਾ ਜਿਹਦੀ ਨੀਂਹ ਰੱਖੀ ਜਾਣੀ ਹੈ, ਔਰ ਇਹ ਭਾਸ਼ਾ ਦੀ ਕਿਤਾਬ ਹੈ। ਜਿਹੜੀ ਭਾਸ਼ਾ ਦੀ ਕਿਤਾਬ ਉਹਦੇ ਵਿੱਚ ਹੀ ਉਹਨਾਂ ਨੂੰ ਅੱਖਰੀ ਗਿਆਨ ਨਾ ਹੋਵੇ ਸੰਪਾਦਕ ਨੂੰ, ਤੇ ਕਿੱਡੀ ਮਾੜੀ ਗੱਲ ਆ। ਅਸੀਂ ਕੀ ਚੀਜ਼ ਅੱਗੇ ਆਪਣੀ ਪੀੜ੍ਹੀ ਨੂੰ ਦੇਣ ਜਾ ਰਹੇ ਹਾਂ। ਅੱਛਾ, ਇਹ ਪਹਿਲੀ ਜਮਾਤ ਦੀ ਕਿਤਾਬ ਹੈਗੀ, ਇਹਦੇ ਵਿੱਚ ਇੱਕ ਤਾਂ ਗਲਤੀ ਤੁਸੀਂ ਦੱਸਦੀ, ਮੈਂ ਚਾਹੁੰਦਾ ਕਿ 2-4 ਪੇਜ ਹੋਰ ਪਲਟ ਕੇ ਇਹ ਜ਼ਰੂਰ ਦੱਸੋ ਕਿ ਕਿੰਨੀਆਂ ਕੁ ਗਲਤੀਆਂ ਹੈਗੀਆਂ ਇਹਦੇ 'ਚ। ਨਾ ਗਲਤੀਆਂ ਤਾਂ ਬਹੁਤ ਸਾਰੀਆਂ ਨੇ, ਜਿੱਦਾਂ ਅੱਖਰੀ ਇਹਦੇ ਵਿੱਚ ਫਿਲਟਰ ਅਗਰ ਲਾਉਣ ਲੱਪੀਏ ਨਾ ਬਹੁਤ ਸਾਰੀਆਂ ਗਲਤੀਆਂ ਨੇ, ਕਿਤੇ ਬਿੰਦੀ ਦੀ ਲਗਾ ਮਾਤਰਾ ਦੀ ਗਲਤੀ ਤੇ ਬੇਸ਼ੁਮਾਰ ਨੇ ਇਸ ਕਿਤਾਬਾਂ ਦੇ ਵਿੱਚ। ਜਿੱਦਾਂ ਹੁਣ ਮੈਂ ਤੁਹਾਨੂੰ ਸੈਕਿੰਡ ਕਿਤਾਬ ਦੇ ਵਿੱਚ ਦਿਖਾਉਣ ਲੱਗਾ, ਉਹ ਟਾਈਟਲ ਦੀ ਤੁਹਾਨੂੰ ਬਹੁਤ ਵੱਡੀ ਗਲਤੀ ਦਿਖ ਜੂਗੀ। ਜਿਹੜੀ ਇਹ ਦੂਸਰੀ ਕਿਤਾਬ ਹੈ ਇਹਦਾ ਨਾਂ ਵੀ ਮੋਹ ਦੀਆਂ ਤੰਦਾਂ ਹੀ ਹੈ, ਸੰਪਾਦਕ ਵੀ ਸੇਮ ਹੈ। ਸੰਪਾਦਕ ਨੇ ਫਿਰ ਜਿੱਦਾਂ ਦੂਸਰੀ ਕਲਾਸ ਲਈ ਦੂਸਰੇ ਲੈਸਨ ਵਿੱਚ ਜਿਹੜੀ ਗੁਰੂ ਦੀ ਜੀਵਨੀ ਆਪਣੇ ਵੱਲੋਂ ਜਿਹੜੀ ਉਹਨਾਂ ਨੇ ਇਤਿਹਾਸ 'ਚੋਂ ਕਿੱਥੋਂ ਲੈ ਕੇ ਲਿਖੀ ਹੈ, ਉਹਦੇ ਵਿੱਚ ਵੀ ਦੇਖੋ ਉਹਨਾਂ ਨੇ ਕਿੰਨੀ ਰਲਗਾਟ ਕੀਤੀ ਹੈ। ਉਹਨਾਂ ਨੇ ਜਿੱਥੇ ਗੁਰੂ ਮਹਾਰਾਜ ਦੇ ਨਾਮ ਦੇ ਨਾਲ ਇੱਕ ਟਾਈਟਲ ਦਿੱਤਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ, ਇਹ 'ਚ ਉਹਨੇ ਸਭ ਤੋਂ ਪਹਿਲੇ ਜਿਹੜੀ ਗਲਤੀ ਕੀਤੀ ਹੈ ਉਹ ਟਾਈਟਲ 'ਚ ਹੀ ਕਰ ਦਿੱਤੀ ਹੈਗੀ ਹੈ। ਟਾਈਟਲ 'ਚ ਉਸ ਬੰਦੇ ਨੇ ਇਹ 'ਚ ਸ਼੍ਰੀ ਯੂਜ਼ ਕੀਤਾ। ਜਿਹੜਾ ਸ਼੍ਰੀ ਅੱਖਰ ਯੂਜ਼ ਕੀਤਾ ਹੈਗਾ ਉਹ ਇੱਕ ਪੁਰਸ਼ ਲਈ ਯੂਜ਼ ਹੋ ਸਕਦਾ, ਕਿਸੇ ਗੁਰੂ ਲਈ ਜਾਂ ਕਿਸੇ ਪੈਗੰਬਰ ਲਈ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਹ ਸਤਿਕਾਰ ਵਜੋਂ ਹੁੰਦਾ। ਜਿਹੜਾ ਸ੍ਰੀ ਸ਼ਬਦ ਹੁੰਦਾ ਉਹ ਸਾਡੇ 'ਚ ਯੂਜ਼ ਕੀਤਾ ਜਾਂਦਾ, ਕਿਉਂਕਿ ਜਿਹੜੀ ਸਾਡੀ ਗੁਰਬਾਣੀ ਹੈ ਨਾ ਉਹ 35 ਅੱਖਰੀ ਹੈ। ਜਿਹੜੇ ਸ਼੍ਰੀ ਵਰਗੇ ਸ਼ਬਦ ਦੀ ਇਸਤੇਮਾਲ ਹੋਣੀ ਸ਼ੁਰੂ ਹੋਈ ਹੈ ਉਹ 40 ਅੱਖਰਾਂ ਤੋਂ ਬਾਅਦ ਹੋਣੀ ਸ਼ੁਰੂ ਹੋਈ ਹੈ। ਗੁਰੂ ਮਹਾਰਾਜ ਦੇ ਸਮੇਂ 'ਚ ਤਾਂ 35 ਅੱਖਰੀ ਹੀ ਵਰਤੀ ਗਈ ਹੈ, ਤੇ ਗੁਰਬਾਣੀ ਸਾਰੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ 35 ਅੱਖਰੀ ਹੈ। ਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਧੁਰਾ ਮੰਨਦੇ ਹਾਂ, ਉਸ ਧੁਰੇ ਦੇ ਹਿਸਾਬ ਨਾਲ ਅੱਗੇ ਆਪਣੀ ਚੀਜ਼ਾਂ ਨੂੰ ਅਸੀਂ ਪੇਸ਼ ਕਰ ਸਕਦੇ ਹਾਂ, ਇੱਕ ਕਸਵੱਟੀ ਬਣਾ ਲਈ ਜਿੱਦਾਂ। ਹੁਣ ਉਹਨਾਂ ਨੇ ਇੱਥੇ ਇੱਕ ਗਲਤੀ ਕੀਤੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਦੇ ਜੀਵਨ ਦੀ ਯਾਤਰਾ ਜਿਹੜੀ ਸ਼ੁਰੂ 'ਚ ਲਿਖਣੀ ਸ਼ੁਰੂ ਕੀਤੀ, ਉਹ 'ਚ ਉਹਨਾਂ ਨੇ ਉਹਨਾਂ ਦੀ ਜਿਹੜੀ ਪ੍ਰਕਾਸ਼ ਨੂੰ ਉਹਨਾਂ ਨੇ ਜਨਮ ਲਿਖਿਆ, ਯਾਨੀ ਕਿ ਇੱਕ ਆਮ ਉਹਨਾਂ ਨੇ ਉਹਨਾਂ ਲਈ ਵਰਡ ਯੂਜ਼ ਕੀਤੇ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ 1504 ਈਸਵੀ ਲਿਖਦੇ ਇਹ ਠੀਕ ਹੈ, ਮਗਰ ਉਹਨਾਂ ਨੇ ਇਸ ਨੂੰ ਅੱਗੇ ਜਿਹੜੀ ਦਿਸ਼ਾ ਦਿੱਤੀ ਹੈ ਸ਼ਬਦ ਰੂਪ ਦੇ ਵਿੱਚ, ਉੱਥੇ ਜਾ ਕੇ ਜਦੋਂ ਉਹਨਾਂ ਦੇ ਜੋਤੀ ਜੋਤ ਸਮਾਨ ਦਾ ਜਿਹੜਾ ਉਹਨਾਂ ਨੇ ਸਮਾਂ 'ਚ ਲਿਖਿਆ, ਉਸ ਸਮੇਂ ਦੇ ਵਿੱਚ ਇਹਨਾਂ ਨੇ ਉਹਨਾਂ ਦੀ ਉਮਰ ਜਿਹੜੀ ਸੀਗੀ 1522 'ਚ ਜੋਤੀ ਜੋਤ ਈਸਵੀ 'ਚ ਉਹਨਾਂ ਨੇ ਜੋਤੀ ਜੋਤ ਦੱਸ ਦਿੱਤਾ, ਯਾਨੀ ਕਿ ਇਸ ਹਿਸਾਬ ਨਾਲ ਉਹਨਾਂ ਦੀ ਉਮਰ ਸਿਰਫ 18 ਸਾਲ ਹੋਈ। ਤੇ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀਗੀ ਉਹ 1538 ਦੇ ਵਿੱਚ ਮਿਲੀ ਸੀਗੀ। ਤੇ ਉਸ ਤੋਂ 1 ਸਾਲ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ 1539 ਵਿੱਚ ਜਿਹੜਾ ਸੀਗਾ ਜੋਤੀ ਜੋਤ ਸਮਾਏ ਸੀਗੇ। ਸੋ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਪੀਰੀਅਡ ਜਿਹੜਾ ਸੀ ਨਾ ਉਹ 'ਚੋਂ ਮਿਸ ਕਰ ਦਿੱਤਾ। ਉਸ ਗੈਪ ਨੂੰ ਕਿੱਦਾਂ ਬੰਦਾ ਮਤਲਬ ਸਮਝੂਗਾ। ਮੈਂ ਮੰਨ ਲੈਂਦਾ ਕਿ ਇੱਕ ਜਗ੍ਹਾ ਸਮਝ ਆਉਂਦੀ ਹੈ ਕਿ ਕਲੈਰੀਕਲ ਮਿਸਟੇਕ ਆ, ਮਗਰ ਇਹ ਉਹਨਾਂ ਨੇ ਜਦੋਂ ਇਹਦੇ ਵਿੱਚ ਅੱਗੇ ਪ੍ਰਸ਼ਨ ਦਿੱਤੇ ਬੱਚਿਆਂ ਨੂੰ ਕੰਪਲੀਟ ਕਰਨ ਦੇ ਲਈ, ਉਹ 'ਚ ਫਿਲ ਇਨ ਦਾ ਬਲੈਂਕਸ ਆਏ। ਤੇ ਉਸ ਫਿਲ ਇਨ ਦਾ ਬਲੈਂਕਸ ਦੇ ਵਿੱਚ ਫਿਰ ਉਹੀ ਗੱਲ ਉਹਨਾਂ ਨੇ ਲਿਖਿਆ, ਗੁਰੂ ਅੰਗਦ ਦੇਵ ਜੀ ਨੂੰ ਡੈਸ਼ ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਤੇ ਉੱਥੇ ਉਹਨੇ ਜਿਹੜੇ 2 ਆਪਸ਼ਨ ਦਿੱਤੇ, ਉਹਨਾਂ ਦੋਨੋਂ ਆਪਸ਼ਨਾਂ ਦੇ ਵਿੱਚ ਫਿਰ ਉਹੀ ਗਲਤੀ ਕਰ ਰਿਹਾ। 1522 ਤੇ 1530 ਉਹਨੇ 2 ਆਪਸ਼ਨ ਦਿੱਤੀਆਂ, ਉਹ ਦੋਨੋਂ ਆਪਸ਼ਨਾਂ ਹੀ ਜਿਹੜੀ ਉੱਥੇ ਫਿੱਟ ਨਹੀਂ ਹੁੰਦੀਆਂ ਅਸਲ ਇਤਿਹਾਸ ਨਾਲ ਅਗਰ ਦੇਖਿਆ ਜਾਵੇ। ਉਹਨਾਂ ਨੂੰ ਜੋਤੀ ਜੋਤ ਤੇ 1552 'ਚ ਉਹਨਾਂ ਦੀ ਹੋਈ। ਤੇ ਇਹ ਸਾਰੀ ਜਿਹੜੀ ਚੀਜ਼ ਸੀਗੀ ਇਸ ਜਗ੍ਹਾ ਵੀ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਹੈ ਤੋੜ ਮੋੜ ਕੇ ਗਲਤ ਪੇਸ਼ ਕੀਤੀ। ਇਸੀ ਤਰ੍ਹਾਂ ਇਸੀ ਕਿਤਾਬ ਦੇ ਅਗਲੇ ਪੜਾਅ ਦੇ ਵਿੱਚ ਜਿਹੜੀ ਬੁੱਕ ਨੰਬਰ 3 ਹੈ, 3 ਕਲਾਸ ਦੀ ਜਮਾਤ ਦੀ, ਉਹ ਵੀ ਸੇਮ ਸੰਪਾਦਕ ਵੱਲੋਂ ਹੀ ਹੈ, ਕਿਉਂਕਿ ਇੱਕੋ ਹੀ ਪਬਲਿਸ਼ਰ ਵੱਲੋਂ ਇਹ ਸਾਰੀਆਂ ਕਿਤਾਬਾਂ ਲਾਂਚ ਹੋਈਆਂ। ਉੱਧਰ ਵੀ ਉਹ ਕੀ ਕਰਦੇ ਹੈ ਕਿ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਵੀ ਗੁਰੂ ਇਤਿਹਾਸ ਨਾਲ ਜਦੋਂ ਕੋਈ ਲੈਸਨ ਸ਼ੁਰੂ ਕਰਦੇ ਆ, ਉੱਧਰ ਉਹਨਾਂ ਨੇ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਉਹਨਾਂ ਨੇ ਸ਼੍ਰੀ ਯੂਜ਼ ਕੀਤਾ ਸੀ, ਇੱਥੇ ਉਹਨਾਂ ਨੇ ਠੀਕ ਹੀ ਦਿਆ, ਇੱਥੇ ਉਹਨਾਂ ਨੇ ਸ਼੍ਰੀ ਠੀਕ ਲਿਖਿਆ, ਯਾਨੀ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਮਗਰ ਇੱਕ ਸਮਝ 'ਚੋਂ ਲਿਖ ਰਿਹਾ ਬੰਦਾ। ਜਦੋਂ ਇਹ ਇਸ ਤਰ੍ਹਾਂ ਇਤਿਹਾਸ ਲਿਖਦੇ ਆ, ਇਤਿਹਾਸ ਤੋਂ ਬਾਅਦ ਉਹ ਸਾਰੀ ਜਿਹੜੀ ਅੱਗੇ ਜੀਵਨੀ ਦੇ ਵਿੱਚ ਫਿਰ ਫਿਲ ਇਨ ਦਾ ਬਲੈਂਕਸ ਆਉਂਦੇ, ਜਾਂ ਫਿਰ ਜੋ ਗਲਤੀਆਂ ਉਹਨਾਂ ਨੂੰ ਦਰੁਸਤ ਕਰਨ ਦੇ ਲਈ ਕਿੱਦਾਂ ਕਰਦੇ ਆ। ਜਿੱਦਾਂ ਨਾ ਮੈਂ ਗੱਲ ਨੂੰ ਇਸ ਤਰੀਕੇ ਨਾਲ ਸਮਝਦਾ ਕਿ ਜਦੋਂ ਤੁਸੀਂ ਕੋਈ ਗੱਲ ਨੂੰ ਵਜੂਦ ਦੇਣਾ ਹੋਵੇ ਨਾ, ਫਿਰ ਤੁਸੀਂ ਦੇਖਦੇ ਹੋ ਕਿ ਬੱਚਾ ਜਿਹੜਾ ਅੱਗੇ ਜਿਹਨੂੰ ਮੈਂ ਜੋ ਚੀਜ਼ ਸਿਖਾ ਰਿਹਾ ਕਿ ਉਹ ਚੀਜ਼ ਨੂੰ ਗਰੂਮ ਵੀ ਕਰ ਰਿਹਾ, ਕਿ ਉਸ ਚੀਜ਼ ਨੂੰ ਮੇਰੀ ਪਕੜ ਪਾ ਰਿਹਾ, ਜੋ ਮੈਨੂੰ ਸਹੀ ਜਾਂ ਬੁਰੀ ਚੀਜ਼ ਦੱਸ ਰਿਹਾ। ਉਹਨੇ ਨਾ ਬੱਚਿਆਂ ਨੂੰ ਉਸ ਚੀਜ਼ ਦੇ ਲਈ ਕੈਂਪ ਵੀ ਕੀਤਾ। ਉਹਨੇ ਕਿੰਨਾ ਗਲਤ ਇਤਿਹਾਸ ਪੇਸ਼ ਕੀਤਾ। ਉਹ ਇਸ ਜਗ੍ਹਾ ਲਿਖਦਾ ਹੈ ਕਿ
ਸ਼੍ਰੀ ਗੁਰੂ ਅਮਰਦਾਸ ਜੀ ਡੈਸ਼ ਵਿਖੇ ਜੋਤੀ ਜੋਤ ਸਮਾ ਗਏ, ਜਿੱਥੇ ਉਹਨੇ ਇਹਦੇ ਆਨਸਰਸ ਲਿਖੇ ਆ ਜਿਹੜੇ ਬੱਚੇ ਨੇ ਚੂਜ਼ ਕਰਕੇ ਲਿਖਣੇ ਆ, ਉੱਥੇ ਵੀ ਉਹ ਗਲਤ ਆਪਸ਼ਨ ਹੀ ਦੇ ਰਿਹਾ। ਜਦ ਕਿ ਜਿਹੜੇ ਸ਼੍ਰੀ ਗੁਰੂ ਅਮਰਦਾਸ ਜੀ ਸੀਗੇ ਉਹ ਗੋਬਿੰਦਵਾਲ ਸਾਹਿਬ ਜੋਤੀ ਜੋਤ ਸਮਾਏ ਸੀਗੇ, ਉਹ ਆਪਸ਼ਨਸ ਹੀ ਨਹੀਂ ਹੈਗਾ, ਉੱਥੇ ਉਹਨੇ ਅੰਮ੍ਰਿਤਸਰ ਲਿਖਿਆ, ਜਦ ਕਿ ਉਦੋਂ ਅੰਮ੍ਰਿਤਸਰ ਜਿਹੜਾ ਨਾਮ ਹੀ ਨਹੀਂ ਸੀਗਾ, ਉਹ ਤਾਂ ਚੌਥੇ ਪਾਤਸ਼ਾਹ ਦੇ ਸਮੇਂ ਹੋਂਦ ਵਿੱਚ ਸਥਾਨ ਦਾ ਨਾਮ ਆਇਆ ਨਾ। ਤੇ ਉਸ ਬੰਦੇ ਨੇ ਉਸ ਜਗ੍ਹਾ ਵੀ ਛੇੜਖਾਨੀ ਕੀਤੀ, ਯਾਨੀ ਇਤਿਹਾਸ ਦੇ ਨਾਲ ਤਾਂ ਉਹ ਜਾਣ-ਬੂਝ ਕੇ ਛੇੜਖਾਨੀ ਕਰ ਰਿਹਾ ਸੀ। ਇਸੀ ਤਰ੍ਹਾਂ ਜਦੋਂ ਅਸੀਂ ਦੇਖੀਏ, ਤੁਸੀਂ ਜਿੰਨੇ ਵੀ ਸਾਡੀਆਂ ਅਗਲੀਆਂ ਬੁੱਕਸ ਦੇਖੋਗੇ ਜਾਂ ਜਿੰਨੇ ਵੀ ਪਹਿਲੀ ਮੈਂ ਬੁੱਕਸ ਦਿਖਾਈਆਂ, ਉਹਨਾਂ ਸਾਰਿਆਂ ਵਿੱਚ ਇੱਕ ਚੀਜ਼ ਬੜੀ ਕਾਮਨ ਹੈ, ਉਹ ਮੈਂ ਤੁਹਾਨੂੰ ਪਹਿਲੀ ਕਿਤਾਬ ਤੋਂ ਸ਼ੁਰੂ ਕਰਕੇ ਦਿਖਾਉਣਾ। ਮਾਫੀ ਚਾਹਾਂਗਾ, ਦੂਸਰੀ ਕਿਤਾਬ ਹੈ। ਦੂਸਰੀ ਕਿਤਾਬ ਦੇ ਵਿੱਚ ਜਿਹੜਾ ਚੈਪਟਰ ਨੰਬਰ 2 ਸੀ ਨਾ, ਉਹਦੇ ਵਿੱਚ ਜਿਹੜੀ ਉਹਨੇ ਮਹਾਰਾਜ ਦੀ ਕਾਲਪਨਿਕ ਤਸਵੀਰ ਬਣਾਈ ਹੈ ਨਾ, ਉਸ ਕਾਲਪਨਿਕ ਤਸਵੀਰ ਦੇ ਵਿੱਚ ਇੱਕ ਉਹ ਪਿੱਛੇ ਨਾ ਗੁਰਦੁਆਰਾ ਸਾਹਿਬ ਦਾ ਪਿਕਚਰਾਈਜ਼ ਕਰ ਰਿਹਾ, ਜਿਹੜੀ ਕਿ ਉਹ ਪਿਕਚਰ ਦਿਖਾ ਰਿਹਾ ਪਿੱਛੇ, ਉਹ ਗੁਰਦੁਆਰਾ ਸਾਹਿਬ ਗੁਰੂ ਸ਼੍ਰੀ ਦਰਬਾਰ ਸਾਹਿਬ ਦੀ ਦਿਖਾ ਰਿਹਾ, ਜਦ ਕਿ ਉਸ ਵੇਲੇ ਗੁਰਦੁਆਰਾ ਦਰਬਾਰ ਸਾਹਿਬ ਸਥੂਲ ਰੂਪ ਦੇ ਵਿੱਚ ਉਦੋਂ ਮੌਜੂਦ ਨਹੀਂ ਸੀਗਾ, ਉਹ ਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਦੇ ਵਿੱਚ ਮੌਜੂਦ ਸੀਗਾ ਸਥਾਨ। ਉਹ ਚੀਜ਼ ਜਿਹੜੀ ਹੈ ਇੱਕ ਬੰਦੇ ਦੇ ਮਨ 'ਚ ਪ੍ਰਸ਼ਨ ਖੜਾ ਕਰਦੀ ਹੈ। ਜਦੋਂ ਇੱਕ ਬੱਚੇ ਨੂੰ ਤੁਸੀਂ ਇੱਕ ਨੀਂਹ, ਜਦੋਂ ਉਹਦੀ ਨੀਂਹ ਰੱਖੀ ਜਾਣੀ, ਉਦੋਂ ਹੀ ਉਹਦੇ ਵਿੱਚ ਤੁਸੀਂ ਗਲਤ ਸਾਰੀਆਂ ਚੀਜ਼ਾਂ ਭਰੋਗੇ ਤੇ ਉਹਦੇ ਮਨ ਵਿੱਚ ਇਹ ਚੀਜ਼ ਜਿਹੜੀ ਹੈ, ਕੱਲ ਨੂੰ ਕੋਈ ਚੀਜ਼ ਉਹਦੇ ਖਿਲਾਫ ਖੜੀ ਕੀਤੀ ਜਾਊਗੀ ਤਾਂ ਉਹਦੇ ਕੋਲ ਜਵਾਬ ਨਹੀਂ ਹੋਊਗਾ ਇਸ ਗੱਲ ਦਾ, ਫਿਰ ਉਹ ਨਿਰਾਸ਼ਾ 'ਚ ਆ ਜਾਂਦੇ ਬੱਚੇ। ਜਿਸ ਕਰਕੇ ਉਹਨਾਂ ਨੇ ਜਦੋਂ ਇਹ ਪਿਕਚਰਾਂ ਬਣਾਈਆਂ, ਪਹਿਲੀ ਗੱਲ ਤੇ ਪਿਕਚਰਾਂ ਦਾ ਵਜੂਦ ਨਹੀਂ ਹੈ, ਪਿਕਚਰਾਂ ਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ, ਜਦ ਸਿੱਖ ਥਾਟਸ ਉਹਦੇ 'ਤੇ ਕਲੀਅਰ ਹੈ ਕਿ ਆਪਾਂ ਨਹੀਂ ਯੂਜ਼ ਕਰਨਾ, ਤੇ ਕਿਸੇ ਕਿਤਾਬ ਨੂੰ, ਕਿਸੇ ਬੰਦੇ ਨੂੰ, ਪਰਸਨ ਨੂੰ ਹੱਕ ਨਹੀਂ ਹੈ ਕਿ ਉਹ ਉਹਨਾਂ ਦਾ ਇਸਤੇਮਾਲ ਕਰੇ ਕਿਤਾਬਾਂ ਦੇ ਵਿੱਚ। ਮਗਰ ਉਹਨੇ ਤਸਵੀਰਾਂ ਦੇ ਵਿੱਚ, ਕਾਲਪਨਿਕ ਤਸਵੀਰਾਂ 'ਚ ਆਪਣੀ ਕਲਪਨਾ ਪੇਸ਼ ਕੀਤੀ। ਉਹਨੇ ਉੱਥੇ ਦਰਬਾਰ ਸਾਹਿਬ ਦੀ ਫੋਟੋ ਗੁਰੂ ਅੰਗਦ ਦੇਵ ਜੀ ਦੇ ਮਗਰ ਬਣਾਈ, ਜਦ ਕਿ ਉਦੋਂ ਜਗ੍ਹਾ ਦਾ ਸਥੂਲ ਰੂਪ ਨਹੀਂ ਸੀਗਾ। ਉਸ ਤੋਂ ਬਾਅਦ ਉਹਨੇ ਇਹੀ ਕਿਤਾਬ ਦਾ ਅਗਲਾ ਪੜਾਅ, ਤੀਜੀ ਜਮਾਤ ਦੀ ਕਿਤਾਬ ਹੈ, ਉਹ 'ਚ ਤੇ ਉਸਨੇ ਉਸੀ ਤਸਵੀਰ ਨੂੰ ਹੋਰ ਨਿਖਾਰ ਕੇ ਸ਼੍ਰੀ ਦਰਬਾਰ ਸਾਹਿਬ ਦੀ ਪਿਕਚਰ ਜਿਹੜੀ ਉਹ 'ਚ ਦਿਖਾਈ। ਤੇ ਇਸੀ ਤਰ੍ਹਾਂ ਹੀ ਉਹ ਗੁਰੂ ਰਾਮਦਾਸ ਮਹਾਰਾਜ ਸਮੇਂ ਦੇ ਵਿੱਚ ਤਾਂ ਹੂਬਹੂ ਉੱਦਾਂ ਹੀ ਦਿਖਾ ਰਿਹਾ ਜਿੱਦਾਂ ਉਹ ਤਸਵੀਰ ਆਪਾਂ ਅੱਜ ਦੇਖ ਰਹੇ ਹਾਂ, ਜਦ ਕਿ ਉਹ ਉਸ ਸਮੇਂ ਵੀ ਵਜੂਦ 'ਚ ਨਹੀਂ ਸੀ ਸਥਾਨ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਕੜੀ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ, ਤੇ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ, ਇਹ ਨਾ ਕਿਸੇ ਪਲਾਨ 'ਚੋਂ ਨਿਕਲੀਆਂ ਗੱਲਾਂ ਨੇ, ਇਹ ਆਮ ਨਹੀਂ ਗੱਲਾਂ ਹੈਗੀਆਂ। ਕਿਉਂਕਿ ਜਦੋਂ ਇੱਕ ਬੰਦੇ ਨੇ PhD ਕੀਤੀ ਹੁੰਦੀ, ਅਸੀਂ ਸਮਝਦੇ ਕਿ ਆਮ ਬੰਦੇ ਨਾਲੋਂ ਉਹਨੇ ਜ਼ਿਆਦਾ ਸਮਾਂ ਦਿੱਤਾ ਹੁੰਦਾ ਪੜ੍ਹਾਈ ਨੂੰ। ਜਦੋਂ ਇੱਕ ਬੰਦੇ ਨੇ ਜ਼ਿਆਦਾ ਸਮਾਂ ਦਿੱਤਾ ਹੁੰਦਾ ਤੇ ਉਹਦੇ ਮਨ ਵਿੱਚ ਨਾ ਇੱਦਾਂ ਦੇ ਖਿਆਲ ਆਉਣੇ ਲਾਜ਼ਮੀ ਹੈ ਕਿ ਜੋ ਉਹ ਪੇਸ਼ ਕਰੇਗਾ ਉਹ ਬਾਕੀਆਂ ਨਾਲੋਂ ਖੂਬ ਹੋਏਗਾ। ਮਗਰ ਜਿਸ ਤਰੀਕੇ ਨਾਲ ਉਹਨੇ ਇਸ 'ਚੋਂ ਆਪਣੀ ਜਿਹੜੀ ਹੈ ਮਾੜੀ ਮਨਸ਼ਾ ਦਿਖਾਈ ਹੈ, ਸਾਨੂੰ ਤਾਂ ਇਹੀ ਹੈ ਕਿ ਉਹਨੇ ਜੋ ਵੀ ਕੀਤਾ ਹੈਗਾ ਇੱਕ ਸੋਚੀ ਸਮਝੀ ਸਾਜ਼ਿਸ਼ 'ਚੋਂ ਕੀਤਾ ਹੈਗਾ, ਕਿਉਂਕਿ ਇਹ ਇੱਕ ਲਗਾਤਾਰ ਗਲਤੀ ਹੈ। ਜਦੋਂ ਚੌਥੀ ਇਸੀ ਕਿਤਾਬ ਦੇ ਇੱਕ 11ਵੇਂ ਚੈਪਟਰ 'ਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਚੀਜ਼, ਕਿ ਉਹ 'ਚ ਇੱਕ ਉਹਨੇ ਫਿਰ ਬਾਣੀ ਦੀ ਇੱਕ ਤੁਕ ਇਸਤੇਮਾਲ ਕਰਕੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਜਿਹੜਾ ਉਹਨੂੰ ਟਾਈਟਲ 'ਚ ਯੂਜ਼ ਕੀਤਾ। ਟਾਈਟਲ 'ਚ ਯੂਜ਼ ਕਰਕੇ ਵੀ ਉਹ ਬੰਦਾ ਉਹੀ ਜਿਹੜੇ ਅੱਖਰਾਂ 'ਚ ਗਲਤੀ ਕਰ ਰਿਹਾ ਲਗਾਤਾਰ। ਤੇ ਇਹ ਜਿਹੜੀ ਗੱਲ ਹੈ ਕਿ ਕਿੰਨੀ ਕੁ ਅਸੀਂ ਸਮਝ ਲਈਏ ਆਮ ਹੈ। ਸੋ ਇਹ ਬਾਰ-ਬਾਰ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ, ਜਿਹਦੇ ਨਾਲ ਸਾਨੂੰ ਇਹ ਗੱਲ ਕਲੀਅਰ ਹੋ ਗਈ ਹੈ ਹੁਣ ਕਾਫੀ ਕਿ ਇਹ ਜਿਹੜੀਆਂ ਗਲਤੀਆਂ ਨੇ, ਇਹ ਇੱਕ ਸੋਚੀ ਸਮਝੀ ਗਲਤੀਆਂ ਨੇ। ਅੱਛਾ, ਇਹ ਜਿਸ ਤਰੀਕੇ ਦੇ ਨਾਲ ਇਹ ਮਾਰਕ ਕੀਤੀਆਂ ਨੇ ਸਾਰੀਆਂ ਚੀਜ਼ਾਂ, ਹਾਂਜੀ, ਇੱਕ ਪੇਜ ਦੇ ਉੱਪਰ ਕਿੰਨੀ ਵਾਰੀ ਮਾਰਕ ਕੀਤਾ ਗਿਆ, ਇਹ ਸਾਰੀਆਂ ਇੱਥੇ ਗਲਤ ਹੈਗੀਆਂ ਨੇ ਇਹ ਚੀਜ਼ਾਂ? ਹਾਂਜੀ, ਇਹਨਾਂ ਸਾਰੀ ਮੋਟੇ ਤੌਰ ਤੇ ਦੱਸੋ, ਮੈਨੂੰ ਲੱਗਦਾ ਕਿ ਇਹ ਗ੍ਰਾਮੈਟੀਕਲੀ ਮਿਸਟੇਕ ਵੀ ਜ਼ਿਆਦਾ ਨੇ। ਹਾਂਜੀ, ਇਹ 'ਚ ਗ੍ਰਾਮੈਟੀਕਲ ਨਹੀਂ, ਇਹ 'ਚ ਸ਼ਬਦੀ ਮਿਸਟੇਕ ਜ਼ਿਆਦਾ ਹੁੰਦੀਆਂ ਹੈ। ਬੇਸਿਕਲੀ ਕੀ ਹੁੰਦਾ, ਜਿਹੜੀਆਂ ਬਿੰਦੀਆਂ ਦਾ ਇਸਤੇਮਾਲ ਹੁੰਦਾ ਨਾ, ਉਹ ਸ਼ੁੱਧ ਕਰਨ ਲਈ ਹੁੰਦਾ ਸ਼ਬਦ ਨੂੰ। ਜੀ, ਸ਼ਬਦ ਨੂੰ ਜਦੋਂ ਸ਼ੁੱਧ ਕਰਕੇ ਲਿਖਣਾ ਹੁੰਦਾ ਨਾ, ਤੇ ਫਿਰ ਜਿਹੜੀ ਜਿੱਦਾਂ ਹੁਣ ਅਸੀਂ 'ਚ ਜਿਹੜੀ ਜ਼ਿਆਦਾ ਗਲਤੀਆਂ ਲੱਭੀਆਂ, ਉਹ ਇੱਕੋ ਸ਼ਬਦ ਜ਼ਿਆਦਾ ਲੱਭੀਆਂ। ਤੁਹਾਨੂੰ ਦੇਖੋ, ਫੌਜ ਸ਼ਬਦ ਜਿੱਥੇ ਤੇ ਉਹਨੇ ਇਸਤੇਮਾਲ ਕੀਤਾ, ਉੱਥੇ ਉਹਨੇ ਜਿਹੜਾ ਬਿੰਦੀ ਦਾ ਇਸਤੇਮਾਲ ਨਹੀਂ ਕੀਤਾ। ਠੀਕ ਹੈ ਨਾ, ਕਿਸੇ ਖਾਸ ਸ਼ਬਦ ਦੇ ਲਈ ਉਹਨੇ ਜਦੋਂ ਖਾਸ ਲਿਖਿਆ ਤਾਂ ਉਹਨੇ ਉੱਥੇ ਇਸਤੇਮਾਲ ਨਹੀਂ ਕੀਤਾ। ਕਿਤੇ ਔਂਕੜ ਦਲੈਂਕੜ, ਇੱਥੇ ਕਈ ਗਲਤੀਆਂ ਕੀਤੀਆਂ ਉਹਨੇ। ਸੋ ਇੱਦਾਂ ਦੀਆਂ ਗਲਤੀਆਂ ਤਾਂ ਮੈਂ ਇਹਦੇ ਵਿੱਚੋਂ ਹਜ਼ਾਰਾਂ ਕੱਢ ਸਕਦਾ। ਮੈਂ ਇਹੀ ਗੱਲ ਕਹਿਣਾ ਕਿ ਜਦੋਂ ਬੰਦੇ ਨੇ ਕੋਈ ਕਿਸੇ ਤਰ੍ਹਾਂ ਦੀ ਕਿਤਾਬ ਅਗਰ ਲਿਖਣੀ ਹੈ, ਜੇ ਕਿਸੇ ਲੈਂਗੁਏਜ ਨਾਲ ਰਿਲੇਟਡ ਕੋਈ ਕਿਤਾਬ ਅਗਰ ਬੰਦਾ ਲਿਖਦਾ ਹੈ, ਤੇ ਇਹਦਾ ਇੱਕ ਸੈਂਸਰ ਹੋਣਾ ਬਹੁਤ ਜ਼ਰੂਰੀ ਹੈ, ਇੱਕ ਲਾਜ਼ਮੀ ਹੈ। ਸਾਡੇ ਕੋਲ ਆਲਰੇਡੀ ਸਾਡਾ ਭਾਸ਼ਾ ਵਿਭਾਗ ਹੈਗਾ ਆ, ਮਗਰ ਪਤਾ ਨਹੀਂ ਕਿਉਂ ਸਿੱਖ ਇੰਸਟੀਚਿਊਟ ਵੀ ਇਸ ਮਾਮਲੇ 'ਤੇ ਚੁੱਪ ਨੇ, ਜਾਂ ਹੋਰ ਵੀ ਸਾਡੇ ਬੋਰਡ ਜਿਹੜੇ ਨੇ ਇਸ ਮਾਮਲੇ 'ਤੇ ਕਿਉਂ ਨਹੀਂ ਇੰਨਾ ਕੰਮ ਕਰ ਪਾ ਰਹੇ। ਕਿਉਂਕਿ ਜਿਹੜੀਆਂ ਗੱਲਾਂ ਨੇ, ਇਹ ਤਾਂ ਇੱਕ ਕਹਿ ਲਓ ਪ੍ਰਚਾਰ ਦਾ ਜ਼ਰੀਆ ਸਾਡਾ। ਜੇ ਪ੍ਰਚਾਰ ਹੀ ਸਾਡਾ ਗਲਤ ਤਰੀਕੇ ਨਾਲ ਹੋਊਗਾ ਤੇ ਅੱਗੇ ਉਹੀ ਬੇਸ ਬਣ ਜਾਣਾ,
ਤੇ ਫਿਰ ਇਤਿਹਾਸ ਨਾਲ ਫਿਰ ਛੇੜਖਾਨੀਆਂ ਜਦੋਂ ਹੋਣਗੀਆਂ ਤੇ ਫਿਰ ਅੱਗੇ ਅਸੀਂ ਕਿੰਨਾ ਚੀਜ਼ਾਂ ਨੂੰ ਕੋਟ ਕਰਕੇ ਆਪਣੀ ਗੱਲ ਰੱਖਿਆ ਕਰਾਂਗੇ। ਅੱਛਾ, ਬਿਲਕੁਲ। ਇਹ ਗਲਤੀਆਂ ਤਾਂ ਦੇਖ ਲਈਆਂ ਕਿ ਕਈ ਤਰੀਕੇ ਦੀਆਂ ਇਹਦੇ ਵਿੱਚ ਗਲਤੀਆਂ ਹੈਗੀਆਂ ਕਿਤਾਬ 'ਚ। ਇਹ ਕਿਹੜੇ ਸਕੂਲਾਂ ਦੇ ਵਿੱਚ ਪੜ੍ਹਾਈਆਂ ਜਾ ਰਹੀਆਂ ਕਿਤਾਬਾਂ? ਜ਼ਿਆਦਾਤਰ ਨਾ ਜਿਹੜੇ CBSE ਐਫੀਲੀਏਟਡ ਸਕੂਲਸ ਨੇ ਨਾ ਉਹਨਾਂ 'ਚ ਹੀ ਪੜ੍ਹਾਈਆਂ ਜਾ ਰਹੀਆਂ ਨੇ। ਸਾਡੇ ਨੌਲੇਜ 'ਚ ਆਇਆ ਕਿ ਜਲੰਧਰ ਦੇ ਵੀ ਕੁਝ ਸਕੂਲ ਨੇ ਜਿਨ੍ਹਾਂ 'ਚ ਇਹ ਕਿਤਾਬਾਂ ਜਿਹੜੀਆਂ ਲੱਗੀਆਂ ਹੋਈਆਂ। ਅਸਲ 'ਚ ਨਾ ਅੱਜ ਕੱਲ੍ਹ ਕਿਤਾਬ ਜਿਹੜੀ ਹੈ ਨਾ ਉਹਨੂੰ ਇੱਕ ਕਹਿ ਲਓ ਵੇਚਣ ਦਾ ਨਵਾਂ ਤਰੀਕਾ ਵੀ ਬਾਜ਼ਾਰ 'ਚ ਹੈਗਾ। ਤੁਸੀਂ ਨਾ ਆਨਲਾਈਨ ਵੀ ਜਿਹੜੀਆਂ ਬੁੱਕਸ ਹੈਗੀਆਂ ਉਹ ਖਰੀਦਦੇ ਹੋ, ਟੀਚਰਾਂ ਵੱਲੋਂ ਰეკਮੈਂਡੇਸ਼ਨ ਹੁੰਦੀ ਹੈ, ਕਿਉਂਕਿ ਇਹ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਇਹ ਆਪਣੇ ਇੱਕ ਕਹਿ ਲਓ ਗਰੁੱਪ ਨੂੰ ਪ੍ਰਮੋਟ ਕਰਦੀਆਂ ਨੇ। ਇਹਨਾਂ ਦੀ ਆਪਸ 'ਚ ਕੋਈ ਨਾ ਕੋਈ ਇਹ 'ਚ ਸ਼ੇਅਰਿੰਗ ਹੁੰਦੀ ਹੈ ਲੈ ਕੇ। ਜਿੱਦਾਂ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਇੱਕ ਬਾਰ ਕੋਡ ਲੱਗਾ ਹੋਇਆ। ਇਹ ਜਿਹੜਾ ਬਾਰ ਕੋਡ ਲੱਗਾ ਹੋਇਆ ਇਹਦੇ ਨਾਲ ਈਜ਼ੀ ਹੋ ਜਾਂਦਾ। ਤੁਸੀਂ ਉਸ ਪੇਜ ਇਸ ਬੁੱਕ ਦਾ ਜਿਹੜਾ ਰੇਟ ਹੈਗਾ 225 ਰੁਪਏ ਹੈਗਾ, ਤਕਰੀਬਨ ਸਾਰਿਆਂ ਦਾ ਇਹੀ ਰੇਟ ਹੈ। ਤੇ ਇਹ ਬੁੱਕ ਦੀ ਜਿਹੜੀ 225 ਰੁਪਏ ਕੀਮਤ ਹੈ ਇਹ ਕਿਸੇ ਸਰਕਾਰੀ ਸਕੂਲ 'ਚ ਤੇ ਬੱਚੇ ਨਹੀਂ ਅਫੋਰਡ ਕਰਦੇ, ਪ੍ਰਾਈਵੇਟ ਸਕੂਲਾਂ 'ਚ ਹੀ ਲੱਗਦੀ ਹੈ। ਤੇ ਪ੍ਰਾਈਵੇਟ ਸਕੂਲਾਂ 'ਚ ਇਹਨਾਂ ਦੇ ਮੇਰੇ ਹਿਸਾਬ ਨਾਲ ਜਿਹੜੇ ਲੋਕ ਨੇ ਇਹ ਕੋਈ ਨਾ ਕੋਈ ਉਹਨਾਂ ਨੂੰ ਡਿਸਕਾਊਂਟ ਜਾਂ ਅੱਛੀ ਮਾਰਜਨਸ ਦਿੰਦੇ ਜਿਸ ਕਰਕੇ ਬੁੱਕਸ ਲੱਗਦੀਆਂ। ਅੱਛਾ, ਇਹ ਪਹਿਲੀ ਵਾਰੀ ਹੁਣ ਐਡਮਿਸ਼ਨਾਂ ਨਵੀਆਂ ਹੋ ਰਹੀਆਂ ਨੇ, ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਇਹ ਲੱਗੀਆਂ ਕਿ ਜਾਂ ਪਿਛਲੇ ਸਾਲ ਵੀ ਸੀਗੀਆਂ? ਇਹ ਦੇਖੋ ਸਾਡੀ ਨੌਲੇਜ 'ਚ ਤੇ ਹੁਣੇ ਆਈ ਇਹ ਗੱਲ ਹੈ। ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਬੁੱਕ ਬਹੁਤ ਪੁਰਾਣੀ ਹੈ। ਤਾਂ ਹੀ ਅਸੀਂ ਚਾਹੁੰਦੇ ਹਾਂ ਕਿ ਹਜੇ ਤਾਂ ਇਹ ਬਿਲਕੁਲ ਸ਼ੁਰੂਆਤੀ ਟਾਈਮ 'ਚ ਹੀ ਹੈਗੀ ਹੈ ਤੇ ਇਹਨੂੰ ਹੁਣੇ ਰੋਕ ਲਿੱਤਾ ਜਾਵੇ। ਜੇ ਇਹਨੂੰ ਦੇਰ ਕਰ ਦਾਂਗੇ ਫਿਰ ਤਾਂ ਇਹ ਚੀਜ਼ਾਂ ਕਿਸੇ ਲੈਵਲ ਤੇ ਬੱਚੇ ਸਿੱਖ ਕੇ ਅੱਗੇ ਨਿਕਲ ਜਾਣਗੇ ਨਾ, ਫਿਰ ਉਹਨਾਂ ਦੇ ਦਿਮਾਗ 'ਚੋਂ ਕਰਨੀਆਂ ਕੋਈ ਸੌਖੀ ਨਹੀਂ ਨਾ ਰਹਿ ਜਾਣਗੀਆਂ। ਤਾਂ ਹੀ ਅਸੀਂ ਇਹਦੇ ਖਿਲਾਫ ਇੱਕ ਕੰਪਲੇਂਟ ਕੀਤੀ ਹੈ ਤੇ ਅਸੀਂ ਜਲਦ ਉੱਤੇ FIR ਵੀ ਕਰਵਾ ਦੇਵਾਂਗੇ। ਔਰ ਬਾਕੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਤੁਹਾਡੇ ਮਾਧਿਅਮ ਨਾਲ ਜਿਹੜੇ ਮੇਰੀ ਗੱਲ ਨੂੰ ਸੁਣ ਰਹੇ ਨੇ ਉਹ ਇਹ ਬੁੱਕ ਦਾ ਨਾਮ ਜਿਹੜਾ ਹੈ ਉਹ ਧਿਆਨ 'ਚ ਜ਼ਰੂਰ ਰੱਖਣ, ਮੋਹ ਦੀਆਂ ਤੰਦਾਂ। ਤੇ ਇਹਦੀ ਕਿਤਾਬ ਨੂੰ ਬੱਚੇ ਨਾ ਪੜ੍ਹਨ ਕਿਉਂਕਿ ਇਹਦੇ 'ਚ ਸਾਰਾ ਇਤਿਹਾਸ ਜਿਹੜਾ ਉਹ ਗਲਤ ਪੜ੍ਹਾਇਆ ਗਿਆ। ਤੇ ਅਸੀਂ ਹੁਣ ਸਰਕਾਰ ਕੋਲੋਂ ਮੰਗ ਵੀ ਰੱਖੀ ਹੈ, DC ਸਾਹਿਬ ਨੂੰ ਅਸੀਂ ਮਿਲੇ ਸੀ, ਅਸੀਂ ਉਹਨਾਂ ਕੋਲੋਂ ਮੰਗ ਰੱਖੀ ਹੈ ਕਿ ਜਿਹੜੀਆਂ ਕਿਤਾਬਾਂ ਨੇ ਜਲਦ ਤੋਂ ਜਲਦ ਸਕੂਲਾਂ 'ਚੋਂ ਚੁਕਾ ਲਈਆਂ ਜਾਣ। ਅੱਛਾ, ਜਗਜੀਤ ਸਿੰਘ ਧੂਰੀ ਹੁਣੀ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਸ਼ਿਕਾਇਤ ਵੀ ਕਰਕੇ ਆਏ ਹੋ, ਤਾਂ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ, ਤੁਹਾਡੀ ਗੱਲਬਾਤ ਹੋਈ, ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇੰਨੀਆਂ ਗਲਤੀਆਂ ਕਿਉਂ ਬੱਚਿਆਂ ਦੀਆਂ ਕਿਤਾਬਾਂ 'ਚ? ਨਹੀਂ, ਅਸੀਂ ਉਹਨਾਂ ਨਾਲ ਕੋਈ ਰਾਬਤਾ ਨਹੀਂ ਕੀਤਾ, ਉਹ ਬਣਦਾ ਵੀ ਨਹੀਂ ਸੀਗਾ ਸਾਡਾ ਕਰਨਾ। ਕਿਉਂਕਿ ਕੀ ਹੁੰਦਾ ਜਦੋਂ ਕਿਸੇ ਨਾਲ ਕੋਈ ਇਦਾਂ ਦੀ ਅਸੀਂ ਡਾਇਰੈਕਟ ਗੱਲ ਕਰ ਲਾਂਗੇ ਨਾ ਫਿਰ ਉਹਦੇ ਸਾਨੂੰ ਕਾਊਂਟਰ ਆਨਸਰ ਤੇ ਕੁਐਸਚਨ ਸ਼ੁਰੂ ਹੋ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਬੰਦਾ ਸਾਡੇ ਤੇ ਕੋਈ ਕੱਲ ਨੂੰ ਓਬਲੀਗੇਸ਼ਨ ਲਾ ਸਕਦਾ। ਤੇ ਅਸੀਂ ਬੜੇ ਕਲੀਅਰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਅਸੀਂ ਪੰਥਕ ਸੇਵਾਵਾਂ ਵਿੱਚ ਆਮ ਇਹ ਸੇਵਾਵਾਂ ਕਰਦੇ ਪਏ ਆ। ਸੋ ਸਾਡਾ ਬਣਦਾ ਨਹੀਂ ਡਾਇਰੈਕਟ ਉਹਨਾਂ ਨੂੰ ਅਪਰੋਚ ਕਰਨਾ। ਸਾਡਾ ਤਾਂ ਇਹੀ ਤਰੀਕਾ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਦੇ ਜ਼ਰੀਏ ਉਹਨਾਂ ਤੱਕ ਅਪਰੋਚ ਕੀਤਾ ਜਾਵੇ ਤੇ ਉਹਨਾਂ ਨੂੰ ਉੱਥੋਂ ਦੀ ਜਿਹੜਾ ਵੀ ਸਵਾਲ ਜਵਾਬ ਕੀਤੇ ਜਾਣ। ਤਾਂ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਮੈਨੇਜਮੈਂਟ ਹੋਣੀ ਚਾਹੀਦੀ ਹੈ? ਕਿਉਂਕਿ ਇਹ ਬੱਚੇ ਹੈਗੇ ਨੇ, ਇੱਕ ਨੀਂਹ ਤਿਆਰ ਹੁੰਦੀ ਹੈ ਜਦੋਂ ਚਾਹੇ ਫਸਟ ਕਲਾਸ ਹੈ, ਸੈਕਿੰਡ ਕਲਾਸ ਹੈ, ਥਰਡ ਹੈ, ਤਾਂ ਜਦੋਂ ਇਹ ਚੀਜ਼ਾਂ ਪੜ੍ਹਨਗੀਆਂ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਬਹਿ ਜਾਣਗੀਆਂ। ਜੇਕਰ ਇਸ ਵਾਰ ਇਹ ਕਿਤਾਬ ਇਸੇ ਤਰੀਕੇ ਦੇ ਨਾਲ ਚੱਲਦੀ ਰਹਿੰਦੀ ਹੈ ਤਾਂ ਉਹ ਬੱਚੇ ਅੱਗੇ ਜਾ ਕੇ ਵੀ ਉਹੀ ਪੜ੍ਹਨਗੇ ਜੋ ਉਹਨਾਂ ਨੇ ਸ਼ੁਰੂ ਦੇ ਵਿੱਚ ਪੜ੍ਹਿਆ ਹੋਏਗਾ। ਤਾਂ ਇਹ ਚੈਕਿੰਗ ਨਹੀਂ ਹੁੰਦੀ ਜਦੋਂ ਇਹ ਸਕੂਲਾਂ ਦੇ ਵਿੱਚ ਲਗਾਈ ਜਾਂਦੀ ਹੈ ਕਿਤਾਬ, ਉਹਨੂੰ ਘੋਖਿਆ ਪੜਤਾਲਿਆ ਨਹੀਂ ਜਾਂਦਾ? ਅਸਲ 'ਚ ਨਾ ਲੋਕ ਬੜੇ ਕੰਫਰਟ ਹੋ ਗਏ ਨੇ, ਕੰਫਰਟ ਜ਼ੋਨ 'ਚ ਆ ਗਏ, ਬੜੇ ਈਜ਼ੀ ਹੋ ਗਏ ਆ। ਹੁਣ ਕੀ ਹੋ ਗਿਆ, ਬੜੇ ਆਰਾਮ ਨਾਲ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆ ਅਵੇਲ ਹੋ ਜਾਂਦੀ ਹੈ। ਜਦੋਂ ਪਹਿਲੇ ਸਮੇਂ ਦੇ ਵਿੱਚ ਕਿਸੇ ਕੋਲੋਂ ਤੁਹਾਨੂੰ ਗਿਆਨ ਲੈਣਾ ਹੁੰਦਾ ਸੀ ਨਾ ਫਿਰ ਤੁਹਾਨੂੰ ਉਹਦੇ ਅਧੀਨ ਹੋਣਾ ਪੈਂਦਾ ਸੀਗਾ। ਹੁਣ ਕੀ ਹੋ ਗਿਆ, ਤੁਹਾਨੂੰ ਸਕੂਲਾਂ 'ਚ ਲੱਖ ਲੱਖ ਰੁਪਏ ਫੀਸਾਂ ਦੇ ਨਾਲ ਐਡਮਿਸ਼ਨ ਹੁੰਦੇ ਆ। ਉਸ ਤੋਂ ਬਾਅਦ ਬੜੀ ਈਜ਼ੀ ਤੁਹਾਨੂੰ ਸਾਰੀ ਫੈਸਿਲਿਟੀਜ਼ ਮਿਲ ਜਾਂਦੀਆਂ। ਤੁਸੀਂ ਸਿਰਫ ਇੱਕ ਫਾਰਮੈਲਿਟੀ ਲਈ ਆਪਣੀ ਪੜ੍ਹਾਈ ਜਿਹੜੀ ਹੈ ਉਹ ਇੱਕ ਲੈਵਲ ਤੱਕ ਕਰਦੇ ਹੋ। ਉਸ ਤੋਂ ਬਾਅਦ ਇੱਛਾਵਾਨ ਬੰਦੇ ਹੀ ਅੱਗੇ ਪੜ੍ਹਨ ਦੀ ਜਿਹੜੀ ਹੈ ਉਹ ਪ੍ਰੈਕਟਿਸ 'ਚ ਜਾਂਦੇ ਆ। ਆਮ ਬੰਦਾ ਜਿਹੜਾ ਹੈਗਾ ਉਹ ਆਪਣੇ ਇੱਕ ਕਹਿ ਲਓ ਸਕੋਰ ਪੂਰੇ ਕਰਦਾ। ਬਟ ਹੋ ਕੀ ਰਿਹਾ ਅਸਲ 'ਚ ਨਾ, ਅਸੀਂ ਪਹਿਲੇ ਵਾਂਗ ਜਿੱਦਾਂ ਸਾਡੇ ਸਦੀਵੀ ਕਲਚਰ 'ਚ ਜਿਹੜੀਆਂ ਚੀਜ਼ਾਂ ਪਈਆਂ ਉਸ ਤਰੀਕੇ ਨਾਲ ਨਹੀਂ ਉਤਰ ਰਹੇ ਹਾਂ। ਜਿੱਦਾਂ ਹੁਣ ਮੈਂ ਸ਼ੁਰੂ 'ਚ ਹੀ ਇੱਕ ਗੱਲ ਰੱਖੀ ਹੈ ਕਿ ਜਿਹੜੀਆਂ ਕਰੈਕਟਰਸ ਨੂੰ ਅਸੀਂ ਪਿਕਚਰਾਈਜ਼ ਕਰਦੇ ਹਾਂ ਉਹ ਸਾਡੇ ਸਿਲੇਬਸ ਦਾ ਪਾਰਟ ਹੀ ਨਹੀਂ ਹੈਗਾ। ਮਗਰ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਸਾਡੇ ਸਿਲੇਬਸ 'ਚ ਜ਼ਬਰਦਸਤੀ ਦਿੱਤੀਆਂ ਜਾ ਰਹੀਆਂ ਤੇ ਅਸੀਂ ਉਹਦਾ ਵਿਰੋਧ ਵੀ ਨਹੀਂ ਕਰ ਪਾ ਰਹੇ ਉਸ ਵੱਡੇ ਲੈਵਲ 'ਤੇ। ਜਦੋਂ ਹੁਣ ਸਾਨੂੰ ਸਮਝ ਪਈ ਹੈ, ਹੁਣ ਜਦੋਂ ਅਸੀਂ ਤੁਹਾਡੇ ਜ਼ਰੀਏ ਲੋਕਾਂ ਨੂੰ ਇਹ ਗੱਲ ਦੱਸ ਰਹੇ ਹਾਂ ਕਿ ਇਹ ਸਾਡੇ ਸਿਲੇਬਸ ਦਾ ਪਾਰਟ ਨਹੀਂ ਹੈ, ਐਜ਼ ਅ ਸਿੱਖ ਸਾਡਾ ਬਣਦਾ ਨਹੀਂ ਹੈ ਕਿ ਅਸੀਂ ਇਸ ਤਰੀਕੇ ਦੀ ਗਲਤ ਇਨਫੋਰਮੇਸ਼ਨ ਨੂੰ ਅਵੇਲ ਕਰੀਏ। ਪਰ ਫਿਰ ਵੀ ਜੇ ਅਸੀਂ ਕਰ ਰਹੇ ਹਾਂ ਤੇ ਫਿਰ ਅਸੀਂ ਆਪ ਗੁਨੇਗਾਰ ਹਾਂ। ਮੇਰਾ ਮੰਨਣਾ ਇਹੀ ਹੈ ਕਿ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਜਦੋਂ ਸਾਨੂੰ ਕੋਈ ਚੀਜ਼ ਦਿਖਦੀ ਹੈ ਕਿ ਗਲਤ ਹੋ ਰਹੀ ਹੈ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ। ਤੇ ਜਿਹੜੀਆਂ ਹੁਣ ਇਹ ਕਮੀਆਂ ਨੇ ਇਹਨੂੰ ਦਰੁਸਤ ਕਰਨ ਦੇ ਲਈ ਇੱਕ ਸੈਂਸਰ ਬੋਰਡ ਬਣਨਾ ਚਾਹੀਦਾ। ਇਹ ਸੈਂਸਰ ਬੋਰਡ ਜੇ ਮੰਨ ਲਓ ਅਸੀਂ ਆਪਣੇ ਤੌਰ ਤੇ ਨਹੀਂ ਬਣਾ ਸਕਦੇ, ਸਾਨੂੰ ਆਪਣੇ ਇੰਸਟੀਚਿਊਟ ਨੂੰ ਅਪਰੋਚ ਕਰਨਾ ਚਾਹੀਦਾ। ਜਿੱਦਾਂ ਸਾਡੇ ਅਕਾਲ ਤਖਤ ਸਾਹਿਬ ਸਾਨੂੰ ਅਪਰੋਚ ਕਰਨਾ ਚਾਹੀਦਾ, ਸਾਡੇ ਜਥੇਦਾਰ ਨੂੰ ਸਾਨੂੰ ਅਪਰੋਚ ਕਰਨਾ ਚਾਹੀਦਾ, SGPC ਕੋਲੋਂ ਮਦਦ ਲੈ ਸਕਦੇ ਹਾਂ, ਠੀਕ ਹੈ ਨਾ। ਹੋਰ ਸਾਡੇ ਕੋਲੋਂ ਕਈ ਸਾਡੇ ਪਲੇਟਫਾਰਮ ਨੇ ਜਿੱਥੋਂ ਆਪਾਂ ਮਦਦ ਲੈ ਸਕਦੇ ਹਾਂ। ਫਿਰ ਉੱਥੋਂ ਦੀ ਇੱਕ ਡਿਪਾਰਟਮੈਂਟ ਬਣੇ, ਉਹ ਡਿਪਾਰਟਮੈਂਟ ਵੀ ਭਾਸ਼ਾ ਵਿਭਾਗ ਦੇ ਚੁਣੇ ਹੋਏ ਮਤਲਬ ਜਿਹੜੇ
ਕਿਰਦਾਰ ਪੱਖੋਂ ਵੀ ਤੇ ਉੱਦਾਂ ਮਾਨਸਿਕ ਪੱਖੋਂ ਵੀ ਜਿਹੜੇ ਇਮਾਨਦਾਰ ਲੋਕ ਹੋਣ, ਉਹਨਾਂ ਤੋਂ ਸੇਵਾਵਾਂ ਲਿੱਤੀਆਂ ਜਾਣ ਤੇ ਉਹ ਸਹੀ ਇਤਿਹਾਸ ਜਿਹੜਾ ਸਾਡੇ ਅਗਲੀ ਪੀੜ੍ਹੀ ਤੱਕ ਪਹੁੰਚ ਸਕੇ। ਸੋ ਇਦਾਂ ਦੇ ਕਦਮ ਤੇ ਸਾਨੂੰ ਚੁੱਕਣੇ ਚਾਹੀਦੇ ਆ। ਬਿਲਕੁਲ, ਵਾਕਈ ਇਹ ਇੱਕ ਗੰਭੀਰ ਜਿਹੜਾ ਵਿਸ਼ਾ ਜ਼ਰੂਰ ਹੈਗਾ। ਬਹੁਤ ਬਹੁਤ ਧੰਨਵਾਦ ਬਾਈ ਜੀ ਗੱਲਬਾਤ ਕਰਨ ਦੇ ਲਈ। ਸੋ ਇਹ ਜਿਹੜੀਆਂ ਮੋਹ ਦੀਆਂ ਤੰਦਾਂ ਨਾਮ ਦੀ ਕਿਤਾਬ ਹੈਗੀ, ਇੱਕ ਸੀਰੀਜ਼ ਚੱਲਦੀ ਪਈ ਹੈ। ਜ਼ਿਆਦਾਤਰ CBSE ਸਕੂਲਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਨੇ, ਪਰ ਇਹਦੇ ਵਿੱਚ ਜਿੱਥੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਹੋਈ ਹੈ, ਜਨਮ ਤਰੀਕਾਂ ਜਾਂ ਜੋਤੀ ਜੋਤ ਸਮਾਉਣ ਦੀ ਤਰੀਕ ਜਿਹੜੀ ਹੈ ਉਹ ਗਲਤ ਦਰਸਾਈ ਗਈ ਹੈ, ਉੱਥੇ ਕਈ ਤਰੀਕੇ ਦੀਆਂ ਇਸ ਤਰੀਕੇ ਦੀਆਂ ਮਿਸਟੇਕ ਰੱਖੀਆਂ ਗਈਆਂ ਨੇ। ਉੱਥੇ ਪੰਜਾਬੀ ਜਿਹੜੀ ਹੈ ਸ਼ੁੱਧ ਪੰਜਾਬੀ ਨਹੀਂ ਹੈਗੀ, ਉਹਦੇ ਵਿੱਚ ਗਲਤੀਆਂ ਬਹੁਤ ਜ਼ਿਆਦਾ ਨੇ। ਕਿਤੇ ਸਿਆਰੀ ਬਿਆਰੀ ਗਲਤ ਪਾਈ ਹੋਈ ਹੈ, ਕਿਤੇ ਬਿੰਦੀਆਂ ਜਿਹੜੀਆਂ ਨੇ ਉਹ ਗਲਤ ਪਈਆਂ ਹੋਈਆਂ ਨੇ। ਪਰ ਇਹ ਚਿੰਤਾ ਦਾ ਵਿਸ਼ਾ ਹੈਗਾ, ਕਿਉਂਕਿ ਜੇਕਰ ਬੱਚੇ ਇੱਕ ਨੀਂਹ ਹੁੰਦੀ ਹੈ ਜਦੋਂ 1st 2nd 3rd 4th ਕਲਾਸ ਦੇ ਵਿੱਚ ਬੱਚੇ ਸ਼ੁਰੂਆਤ ਕਰਦੇ ਨੇ ਪੜ੍ਹਾਈ ਦੀ, ਤਾਂ ਜੇਕਰ ਉਹਨਾਂ ਨੂੰ ਇਸੇ ਸਮੇਂ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਜਾਏਗੀ ਤਾਂ ਅੱਗੇ ਜਾ ਕੇ ਬੱਚੇ ਜਿਹੜੇ ਸਹੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਇਸੇ ਕਾਰਨ ਇਹ ਸ਼ਿਕਾਇਤ ਕੀਤੀ ਗਈ ਹੈ। ਜਗਜੀਤ ਸਿੰਘ ਧੂਰੀ ਹੈਗੇ ਨੇ ਰਾਈਟਰ ਇਸ ਕਿਤਾਬ ਦੇ ਮੋਹ ਦੀਆਂ ਤੰਦਾਂ ਦੇ, ਉਹਨਾਂ ਦੇ ਵੱਲੋਂ ਇਹ ਕਿਤਾਬ ਲਿਖੀ ਗਈ ਹੈ ਤੇ ਹੁਣ ਸ਼ਿਕਾਇਤ ਕੀਤੀ ਗਈ ਹੈ ਕਿ ਜਾਂ ਤਾਂ ਇਹਦੇ ਵਿੱਚ ਸੁਧਾਰ ਕੀਤਾ ਜਾਵੇ, ਇਹ ਕਿਤਾਬਾਂ ਸਾਰੀਆਂ ਜਿਹੜੀਆਂ ਨੇ ਉਹ ਰਿਪਲੇਸ ਕਰ ਦਿੱਤੀਆਂ ਜਾਣ ਤੇ ਨਵੇਂ ਸਿਰੇ ਤੋਂ ਸਹੀ ਜਿਹੜਾ ਇਤਿਹਾਸ ਹੈਗਾ ਉਹਨੂੰ ਸ਼ਾਮਲ ਕੀਤਾ ਜਾਵੇ, ਨਹੀਂ ਤਾਂ ਇਹ ਕਿਤਾਬਾਂ ਸਕੂਲਾਂ ਦੇ ਵਿੱਚੋਂ ਹਟਾਈਆਂ ਜਾਣ। ਇਸੇ ਕਾਰਨ ਹਰਜਿੰਦਰ ਸਿੰਘ ਹੋਣਾ ਦੇ ਵੱਲੋਂ ਸ਼ਿਕਾਇਤ ਵੀ ਇੱਕ ਦਰਜ ਕਰ ਦਿੱਤੀ ਗਈ ਹੈ। ਪਰ ਇੱਥੇ ਸਰਕਾਰ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸਹੀ ਤਰੀਕੇ ਦੇ ਨਾਲ ਐਫੀਲੀਏਟਡ ਜਿਹੜੇ ਸਕੂਲ ਹੈਗੇ ਨੇ, ਪ੍ਰਾਈਵੇਟ ਸਕੂਲ, ਉਹਨਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਇਹ ਕਿਤਾਬਾਂ ਲਾਗੂ ਕਰਵਾਈਆਂ ਜਾਣ। ਜੇਕਰ ਅਜਿਹੀ ਕੋਈ ਅਣਗਹਿਲੀ ਕਰਦਾ ਤਾਂ ਉਹਦੇ ਸਕੂਲ ਦੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।